ਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੇ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪੰਥ ਚਲਤ ਪਾ ਸੰਧਿਆ ਕਾਲਾ ਨਿਤ ਨਾ ਗ੍ਰਾਮ ਉਜਾੜਕ ਸਾਲਾ ਤਰੇ ਬਿਰਖਤੇ ਕੀਨੋ ਡੇਰਾ ਖਗ ਨਰ ਨਾਰੀ ਤਹਾਂ ਬਸੇਰਾ ਪੰਥ ਚਲਤ ਪਾ ਸੰਧਿਆ ਕਾਲਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਲੜੀਵਾਰ ਸਤਿਗੁਰੂ ਜੀ ਦਾ ਪਵਿੱਤਰ ਜੀਵਨ, ਲੜੀਵਾਰ ਕਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਦੇ ਹੋ। ਆਓ ਬੜੇ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਜੀਵਨ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਹਜ਼ਾਰਾਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੀਆਂ ਨੇ ਔਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਸੁੱਖ ਪ੍ਰਾਪਤ ਕਰਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਸਿੱਖ ਆਇਆ। ਉਸ ਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਮੈਂ ਸਿੱਖ ਬਣਾ, ਫਕੀਰ ਬਣਾ ਜਾਂ ਗ੍ਰਸਤੀ ਬਣਾ,
ਸੱਚੇ ਪਾਤਸ਼ਾਹ ਉਸ ਨੂੰ ਉਪਦੇਸ਼ ਦੇ ਰਹੇ ਹੈ। ਸੰਗਤ ਦੀ ਉਹ ਪ੍ਰਸੰਗ ਕਥਾ ਆਪਾਂ ਪਿਆਰ ਨਾਲ ਸਰਵਣ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਉਸ ਨੂੰ ਇੰਝ ਫਰਮਾਉਂਦੇ ਆ। ਮਹਾਰਾਜ ਕਹਿੰਦੇ ਆ, ਭਾਈ ਆ ਲੈ ਜਾ ਸਾਡਾ ਹੁਕਮਨਾਮਾ। ਉੱਥੇ ਸਾਡਾ ਸਿੱਖ ਬੈਠਾ ਹੋਏਗਾ, ਇੱਕ ਸਿੱਖ ਹੈ, ਸਿੱਖ ਦੇ ਘਰ ਵਿੱਚ ਜਾਈਂ, ਸਿੱਖ ਨੂੰ ਇਹ ਹੁਕਮਨਾਮਾ ਦੇਣਾ ਹੈ। ਉਹਦੇ ਘਰੋਂ ਪ੍ਰਸ਼ਾਦਾ ਤਾਂ ਛਕਣਾ ਜੇ 200 ਰੁਪਈਆ ਦੇਵੇਗਾ। ਸੋ ਉਹ ਸਾਰਾ ਹੀ ਪ੍ਰਸੰਗ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਕਿਵੇਂ ਉਸ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਜਿਹੜਾ ਪੁਗਾਉਣ ਵਾਸਤੇ ਆਪਣੀ ਧੀ ਨੂੰ ਸ਼ਾਹੂਕਾਰ ਦੇ ਨਾਲ ਵਿਆਹ ਕੇ ਮਾਇਆ ਲਈ ਹੈ। ਇਹਦਾ ਵੀ ਉਹਨੇ ਵਿਚਾਰ ਕੀਤੀ ਕਿਤੇ ਪਾਪ ਹੀ ਨਾ ਹੋਵੇ, ਪਰ ਘਰ ਵਾਲੀ ਕਹਿਣ ਲੱਗੀ ਨਹੀਂ, ਗੁਰੂ ਸਾਹਿਬ ਵਾਸਤੇ ਆਪਾਂ ਇਹ ਕੰਮ ਕਰਨਾ, ਪਾਪ ਨਹੀਂ ਹੈ। ਜਿੰਨੀ ਲੋੜ ਸੀ ਓਨੀ ਮਾਇਆ ਲਈ ਹੈ। 200 ਰੁਪਈਆ ਗੁਰੂ ਸਾਹਿਬ ਵਾਸਤੇ ਅਤੇ 50 ਰੁਪਏ ਸਿੱਖ ਨੂੰ ਮੱਥਾ ਟੇਕਿਆ ਅਤੇ ਤੋਰ ਦਿੱਤਾ। ਮਨੁੱਖ ਬੜਾ ਉਹ ਹੈਰਾਨ ਹੋਇਆ, ਕਮਾਲ ਦਾ ਸਿੱਖ ਹੈ। ਸੰਗਤ ਜੀ, ਗੁਰੂ ਸਾਹਿਬ ਜੀ ਦੇ ਸਿੱਖ ਵਾਸਤੇ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਉੱਤੇ ਕੁਝ ਵੀ ਨਹੀਂ ਹੈ। ਮਹਾਰਾਜ ਦੇ ਪਿਆਰ ਤੋਂ ਉੱਤੇ ਕੁਝ ਵੀ ਨਹੀਂ ਹੈ। ਸਤਿਗੁਰੂ ਦੀ ਖੁਸ਼ੀ ਤੋਂ ਉੱਤੇ ਕੁਝ ਵੀ ਨਹੀਂ ਹੈ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਤੁਰ ਪਿਆ। ਰਸਤੇ ਵਿੱਚ ਫਕੀਰ ਵੇਖਿਆ। ਫਕੀਰ ਦੇ ਲਾਗੇ ਉਹ ਬੈਠ ਗਿਆ। ਉਹਨੇ ਵੇਖਿਆ ਫਕੀਰ ਨੂੰ ਇੱਕ ਸ਼ਾਹੂਕਾਰ ਨੇ ਬੜਾ ਕੀਮਤੀ ਦੁਸ਼ਾਲਾ ਭੇਟਾ ਕੀਤਾ ਅਤੇ ਚਲੇ ਗਿਆ। ਇੱਕ ਰਾਹਗੀਰ ਆਇਆ, ਉਹਨੇ ਫਕੀਰ ਦੇ ਅੱਗੋਂ ਸਾਧ ਸੰਗਤ ਜੀ ਉਹ ਦੁਸ਼ਾਲਾ ਚੁਕਾ ਕੇ ਅਤੇ ਲੈ ਕੇ ਚਲੇ ਗਿਆ। ਫਕੀਰ ਨੂੰ ਨਾ ਦੁਸ਼ਾਲਾ ਆਏ ਦੀ ਖੁਸ਼ੀ ਹੋਈ, ਨਾ ਗਏ ਦਾ ਗਮ ਹੋਇਆ। ਉਹਨੇ ਇਹ ਵੀ ਵੇਖ ਕੇ ਉਹ ਬੜਾ ਹੈਰਾਨ ਹੋਇਆ, ਅੱਗੇ ਤੁਰ ਪਿਆ। ਹੁਣ ਅੱਗੇ ਜੋ ਕਥਾ ਪ੍ਰਸੰਗ ਹੈ ਉਹ ਆਪਾਂ ਸਰਵਣ ਕਰਨੀ ਹੈ। ਪਿਆਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੰਥ ਚਲਤ ਭਾਸਨ ਦਿਆ ਕਾਲਾ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਉਹ ਆਉਣ ਲੱਗ ਪਿਆ ਅਤੇ ਰਸਤੇ ਵਿੱਚ ਆਉਂਦਿਆਂ ਸਾਧ ਸੰਗਤ ਜੀ ਉਹਨੂੰ ਸ਼ਾਮਾਂ ਪੈ ਗਈਆਂ। ਨਿਕਟ ਨਾ ਗ੍ਰਾਮ ਉਜਾੜ ਵਿਸਾਲਾ। ਪਰ ਜਦੋਂ ਸ਼ਾਮਾਂ ਪਈਆਂ ਅਤੇ ਨੇੜੇ ਰਸਤੇ ਵਿੱਚ ਨਾ ਕੋਈ ਪਿੰਡ ਸੀ, ਨਾ ਕੋਈ ਕਿਸੇ ਦਾ ਘਰ ਸੀਗਾ, ਉਜਾੜ ਹੀ ਸੀ ਆਸੇ ਪਾਸੇ। ਉਹਨੇ ਕੀ ਵੇਖਿਆ? ਉਹਨੇ ਵੇਖਿਆ ਇੱਥੇ ਰੁੱਖ ਹੈ ਇੱਕ, ਅਤੇ ਰਾਤ ਤੇ ਕੱਟਣੀ ਸੀ, ਅਤੇ ਸਾਧ ਸੰਗਤ ਜੀ ਉਹਨੇ ਰੁੱਖ ਦੇ ਹੇਠਾਂ ਬੈਠ ਕੇ ਡੇਰਾ ਕੀਤਾ। ਕੀ ਵੇਖਦਾ ਸਾਧ ਸੰਗਤ ਜੀ? ਉੱਥੇ ਇਹ 2 ਪੰਛੀਆਂ ਦਾ ਡੇਰਾ ਹੈ। 2 ਪੰਛੀ ਰਹਿੰਦੇ ਆ। ਕੌਣ ਕੌਣ ਰਹਿੰਦੇ? ਕਬੂਤਰ ਤੇ ਕਬੂਤਰੀ ਰਹਿੰਦੇ ਆ। 4 ਘੜੀ ਜਦ ਰਾਤ ਜਿਹੜੀ ਹੈ ਉਹ ਬਤੀਤ ਹੋ ਗਈ ਉਹਨੂੰ ਬੈਠਿਆਂ ਉੱਥੇ। ਹਾਂਜੀ। ਤੇ ਜਿਹੜੀ ਮਾਦਾ ਪੰਛੀ ਹੈ, ਕਬੂਤਰੀ ਹੈ ਜਿਹੜੀ, ਉਹ ਕਬੂਤਰ ਨੂੰ ਕਹਿਣ ਲੱਗੀ, ਵੇਖੋ ਸੰਗਤ ਜੀ ਉਹਨਾਂ ਵਿੱਚ ਕਿੰਨੀ ਆਪ ਅੰਦਾਜ਼ਾ ਲਾ ਲਓ, ਉਹਨਾਂ ਦੇ ਵਿੱਚ ਉਹ ਕਿੰਨੀ ਭਾਵਨਾ ਹੈ ਵੀ ਉਸ ਰੁੱਖ ਨੂੰ ਆਪਣਾ ਘਰ ਮੰਨਦੇ ਆ। ਅਤੇ ਰੁੱਖ ਦੇ ਹੇਠਾਂ ਜਿਹੜਾ ਆ ਕੇ ਬੈਠਾ ਹੈ, ਕਬੂਤਰੀ ਕਹਿੰਦੀ ਹੈ ਵੀ ਇਹ ਸਾਡੇ ਘਰ ਇੱਕ ਪ੍ਰਾਹੁਣਾ ਆਇਆ ਹੈ, ਮਹਿਮਾਨ ਆਇਆ ਹੈ, ਇਹ ਸਾਡੇ ਘਰ ਵਿੱਚ ਆਇਆ, ਇਸ ਕਰਕੇ ਇਹਨੂੰ ਆਹਾਰ ਦੇਣਾ ਬਣਦਾ ਹੈ, ਇਹਨੂੰ ਆਹਾਰ ਦੇਣਾ ਬਣਦਾ ਹੈ। ਤੇ ਇਹ ਕਹਿ ਕੇ ਦੋਵਾਂ ਨੇ ਸਾਧ ਸੰਗਤ ਜੀ ਉਡਾਰੀ ਮਾਰੀ ਹੈ ਨਗਰ ਵੱਲ ਨੂੰ, ਵੀ ਨਗਰ ਵਿੱਚੋਂ ਲਿਆ ਕੇ ਕੁਝ ਇਹਨੂੰ ਦਈਏ ਛਕਣ ਵਾਸਤੇ।
ਵੇਖ ਲਓ ਸਰੀਰ ਤੇ ਭਾਵੇਂ ਛੋਟੇ ਆ ਪਰ ਸੋਚ ਬੜੀ ਵੱਡੀ ਉਹਨਾਂ ਦੀ। ਹਾਂਜੀ। ਆਨੀ ਅਗਨੀ ਚੁੰਝ ਮਝਾਰੀ। ਤੇ ਉਹਨੇ ਕੀ ਕੀਤਾ? ਉਹਨੇ ਸਾਧ ਸੰਗਤ ਜੀ ਹੋਰ ਕੁਝ ਤੇ ਨਹੀਂ ਮਿਲਿਆ, ਤੇ ਆਪਣੀ ਚੁੰਝ ਵਿੱਚ ਕਬੂਤਰ ਨੇ ਥੋੜੀ ਜਿਹੀ ਅੱਗ ਲੈ ਆਉਂਦੀ ਹੈ। ਹਾਂਜੀ। ਦਈ ਸਿੱਖ ਕੋ ਤਤ ਛਿਨ ਲਿਆਏ। ਤੇ ਲਾਗੇ ਲਾਗੇ ਸਾਧ ਸੰਗਤ ਜੀ ਤਿਣਕੇ ਕਬੂਤਰੀ ਨੇ ਇਕੱਠੇ ਕੀਤੇ ਹੋਏ ਸਨ, ਤੇ ਸਿੱਖ ਦੇ ਲਾਗੇ ਹੀ ਸਿੱਖ ਆਰਾਮ ਪਿਆ ਕਰਦਾ ਸੀ, ਤੇ ਕਬੂਤਰ ਨੇ ਉਹਨਾਂ ਤਿਣਕਿਆਂ ਉੱਤੇ ਉਹ ਕੋਲਾ ਲਿਆ ਕੇ ਅੱਗ ਦਾ ਰੱਖ ਦਿੱਤਾ। ਅੱਗ ਬਲਣੀ ਸ਼ੁਰੂ ਹੋ ਗਈ। ਤ੍ਰਿਣ ਚੁਣ ਪੰਖੀ ਕਰ ਇੱਕ ਠਾਏ। ਤੀਲੇ ਚੁਣ ਚੁਣ ਕੇ ਉਸ ਥਾਂ ਤੇ ਇਕੱਠੇ ਕਰ ਦਿੰਦੇ ਆ ਕਬੂਤਰ ਤੇ ਕਬੂਤਰੀ। ਹਾਂਜੀ। ਅਗਨ ਜਗਾਈ ਸਿੱਖ ਨੇ ਜਲਹੀ। ਸਿੱਖ ਨੇ ਵੇਖਿਆ ਵੀ ਇਹ ਪੰਛੀਆਂ ਨੇ ਮੇਰਾ ਪ੍ਰਬੰਧ ਕੀਤਾ ਹੈ, ਕਬੂਤਰ ਤੇ ਕਬੂਤਰੀ ਨੇ, ਤੇ ਸਿੱਖ ਨੇ ਫਿਰ ਅੱਗ ਬਾਲੀ, ਹੋਰ ਫੂਕਾਂ ਮਾਰ ਕੇ ਲਾਗੇ ਅੱਗ ਬਾਲ ਲਈ। ਹਾਂਜੀ। ਗਿਰ ਕੈ ਪਰੀ ਬਿਹੰਗਨ ਤਦਹੀ। ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਹੋਰ ਤੇ ਕੁਝ ਹੈ ਨਹੀਂ ਸੀ, ਘਰ ਆਏ ਨੂੰ ਭੋਜਨ ਦੇਣਾ ਇੰਨਾ ਜ਼ਰੂਰੀ ਜਾਪਿਆ ਉਹਨਾਂ ਨੂੰ। ਜਿਹੜੀ ਕਬੂਤਰੀ ਸੀ ਉਹ ਉਸ ਅੱਗ ਦੇ ਵਿੱਚ ਡਿੱਗ ਪਈ ਜੀ, ਵੀ ਇਹ ਮੈਨੂੰ ਖਾ ਲੇ। ਹਾਂਜੀ। ਇਸ ਪਛਾਤ ਬਿਹੰਗ ਗਿਰ ਪਰਿਓ। ਤੇ ਫਿਰ ਉਸ ਕਬੂਤਰੀ ਤੋਂ ਬਾਅਦ ਕਬੂਤਰ ਵੀ ਅੱਗ ਦੇ ਵਿੱਚ ਪੈ ਗਿਆ। ਉਤੋਂ ਭੂਖ ਯੁਤ ਭੋਜਨ ਕਰਿਓ। ਵੀ ਇਹਨੂੰ ਭੁੱਖ ਲੱਗੀ ਹੈ, ਇਹ ਸਾਨੂੰ ਭੁੰਨ ਕੇ ਖਾ ਲਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਮੈਂ ਇੱਥੇ ਇੱਕ ਬੇਨਤੀ ਕਰਾਂ, ਤੁਸੀਂ ਕਹੋਗੇ ਇਹ ਤਾਂ ਮਰਜ਼ਾਦਾ ਨਹੀਂ ਹੈ। ਉਹ ਜਿਹੜਾ ਬੰਦਾ ਆਇਆ ਹੈ ਨਾ ਸਿੱਖ ਬਣਨ ਵਾਸਤੇ, ਅਜੇ ਉਹ ਸਿੱਖ ਬਣਿਆ ਨਹੀਂ ਹੈ, ਅਜੇ ਉਹ ਸਿੱਖ ਬਣਿਆ ਨਹੀਂ, ਅਜੇ ਤੋਂ ਪੁੱਛ ਰਿਹਾ ਵੀ ਮੈਂ ਕੀ ਬਣਾ। ਸੋ ਉਹਨੇ ਉਹ ਕਬੂਤਰ ਤੇ ਕਬੂਤਰੀ ਜਿਹੜੇ ਸੀਗੇ ਉਹਨਾਂ ਦਾ ਮਾਸ ਜਿਹੜਾ ਉੱਪਰਲਾ ਉਹ ਕੱਢ ਕੇ ਖਾ ਗਿਆ। ਪੂਰਬ ਜਨਮ ਪੰਥ ਧਰ ਜੋਏ। ਤੇ ਸਾਧ ਸੰਗਤ ਜੀ ਇਸ ਜਨਮ ਵਿੱਚ ਇਹਨਾਂ ਨੇ ਇਹ ਜਿਹੜੀ ਪੰਛੀਆਂ ਦੀ ਦੇਹ ਪਾਈ ਸੀ ਨਾ, ਹਾਂਜੀ, ਗੁਰ ਕੇ ਸਿੱਖ ਸਿੱਖਣੀ ਸੋਏ। ਅਸਲ ਵਿੱਚ ਇਹ ਕਬੂਤਰ ਤੇ ਕਬੂਤਰੀ ਦੋਵੇਂ ਪਹਿਲੇ ਜਨਮ ਵਿੱਚ ਵੀ ਸਿੱਖ ਤੇ ਸਿੱਖਣੀ ਸਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲੇ ਜਨਮ ਵਿੱਚ ਵੀ ਪਤੀ ਪਤਨੀ ਸੀ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਪੂਰਬ ਜਨਮ ਕੇ ਮਿਲੇ ਸੰਜੋਗੀ। ਕੋਈ ਪਤੀ ਬਣਦਾ ਹੈ, ਪਤਨੀ ਬਣਦਾ ਹੈ, ਜਿਹਦੇ ਨਾਲ ਵੀ ਸਾਡਾ ਮਿਲਾਪ ਹੁੰਦਾ ਹੈ, ਪੂਰਬਲਾ ਹੁੰਦਾ ਹੈ, ਇੱਕ ਜਨਮ ਦਾ ਨਹੀਂ ਹੁੰਦਾ ਸਾਧ ਸੰਗਤ ਜੀ। ਹਾਂਜੀ। ਕਿਸੋ ਦੋਸ਼ ਤੇ ਖਤ ਤਨ ਪਾਇਓ। ਕਿਸੇ ਦੋਸ਼ ਕਰਕੇ, ਗਲਤੀ ਕਰਕੇ ਇਹਨਾਂ ਨੂੰ ਇਹ ਸਰੀਰ ਮਿਲਿਆ ਸੀਗਾ, ਕਬੂਤਰ ਤੇ ਕਬੂਤਰੀ ਦਾ। ਹਰ ਉਪਕਾਰ ਹੇਤ ਛੁਟਕਾਇਓ। ਪਰ ਅੱਜ ਇਹਨਾਂ ਬੜਾ ਸਾਧ ਸੰਗਤ ਜੀ ਬੜਾ ਵੱਡਾ ਜਸ ਖੱਟ ਲਿਆ, ਕਿਸੇ ਦਾ ਭਲਾ ਕਰਨ ਵਾਸਤੇ, ਉਹਦਾ ਭੋਜਨ ਬਣਨ ਵਾਸਤੇ ਆਪਣੇ ਸਰੀਰ ਨੂੰ ਦਾਅ ਉੱਤੇ ਲਾਤਾ। ਗੱਜ ਕੇ ਆਖੋ ਸਤਿਨਾਮ ਵਾਹ। ਇਹ ਤੇ ਪਰਉਪਕਾਰ ਹੈ। ਤੇ ਮੈਨੂੰ ਮਾਫ ਕਰਿਓ, ਅੱਜ ਜਿਹੜੀ ਬਿਮਾਰੀ ਬੜੀ ਵੱਡੀ ਫੈਲੀ ਹੈ ਅੱਜ ਸੰਸਾਰ ਵਿੱਚ, ਕਰੋਨਾ, ਕਿੰਨਾ ਲੋਕਾਂ ਤੋਂ ਫੈਲੀ ਹੈ। ਜਿਹੜੇ ਛੋਟੇ ਛੋਟੇ ਜੀਵਾਂ ਦੇ, ਪਸ਼ੂ ਪੰਛੀਆਂ ਦੇ ਬੱਚਿਆਂ ਨੂੰ ਜਿੰਦਿਆਂ ਨੂੰ ਖਾਂਦੇ ਸਨ, ਜਿੰਦਿਆਂ ਨੂੰ ਸੂਈਆਂ ਮਾਰ ਕੇ ਉਹਨਾਂ ਦੇ ਵਿੱਚ ਛੇਕ ਕਰਕੇ ਜਿੰਦਿਆਂ ਦਾ ਖੂਨ ਪੀਂਦੇ ਸਨ, ਉਹਨਾਂ ਨੂੰ ਇਹ ਬਿਮਾਰੀ ਲੱਗੀ ਹੈ। ਬੜਾ ਵੱਡਾ ਅਨਿਆਂ ਕੀਤਾ। ਛੋਟੇ ਛੋਟੇ ਬੱਚੇ ਹੈ ਜੀਵਾਂ ਦੇ, ਹੈ ਤੇ ਉਹਨਾਂ ਵਿੱਚ ਵੀ ਚੇਤਨ ਸੱਤਾ ਹੈ, ਪਰਮੇਸ਼ਰ ਦੇ ਜੀਵ ਨੇ, ਤਾਂ ਉਹਨਾਂ ਜਿੰਦਿਆਂ ਨੂੰ ਤਲੀ ਜਾਣਾ। ਤੇ ਜਦੋਂ ਉਹ ਤਲ ਕੇ ਬਾਹਰ ਆਉਂਦੇ ਆ ਜੀਵ, ਤੇ ਉਹਨਾਂ ਵਿੱਚ ਸਾਹ ਚੱਲਦੇ ਆ। ਤੇ ਸਾਧ ਸੰਗਤ ਜੀ ਫਿਰ ਇਹੋ ਜਿਹੇ ਜੀਵ ਖਾਂਦੇ ਆ। ਤੇ ਮਹਾਰਾਜ ਦਸਮ ਗ੍ਰੰਥ ਸਾਹਿਬ ਵਿੱਚ ਲਿਖਦੇ ਆ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਦੋਂ ਬੰਦਾ ਅੱਤ ਚੁੱਕ ਲੈਂਦਾ ਨਾ, ਅੱਤ, ਤੇ ਅਤੀ ਸਰਬ ਵਿਵਰਜਤੇ ਇੱਕ ਕਹਾਵਤ ਹੈ, ਜਿਹੜੀ ਅੱਤ ਹੈ ਨਾ ਉਹਨੂੰ ਫਿਰ ਸਾਧ ਸੰਗਤ ਜੀ ਸਾਰੇ ਰੋਕਦੇ ਆ।
ਅੱਤ ਚੁੱਕਣੀ ਵਿਵਰਜਿਤ ਹੈ, ਇਹ ਕੰਮ ਮਾੜਾ ਹੈ। ਹੁਣ ਅੱਤ ਚੁੱਕ ਲਈ ਹੈ ਤੇ ਪਰਮੇਸ਼ਰ ਫਿਰ ਆਪ ਹੀ ਇਹੋ ਜਿਹੇ ਲੋਕਾਂ ਦਾ ਸੰਘਾਰ ਕਰਨ ਵਾਸਤੇ ਇਹੋ ਜਿਹੇ ਰੋਗ ਬਣਾਉਂਦਾ ਹੈ। ਇਹ ਸਾਰਾ ਬੰਦੇ ਦੇ ਕਰਮਾਂ ਦੇ ਅਨੁਸਾਰ ਹੈ। ਬੜਾ ਵੱਡਾ ਫਰਕ ਹੈ। ਕਬੂਤਰ ਤੇ ਕਬੂਤਰੀ ਪਰਉਪਕਾਰ ਵਾਸਤੇ ਸਰੀਰ ਦਾਅ ਤੇ ਲਾ ਗਏ, ਪਰ ਪਿਆਰਿਓ ਆ ਜਿਹੜਾ ਰੋਗ ਚੱਲਿਆ, ਜਿੰਦਿਆਂ ਜਾਨਵਰਾਂ ਦਾ ਖੂਨ ਕੱਢ ਕੱਢ ਕੇ ਪੀਣ ਵਾਲਿਆਂ ਤੋਂ ਚੱਲਿਆ ਹੈ। ਛੋਟੇ ਛੋਟੇ ਬੱਚੇ ਨੇ ਜਾਨਵਰਾਂ ਦੇ, ਛੋਟੇ ਛੋਟੇ ਬੱਚੇ, ਉਹਨਾਂ ਬੱਚਿਆਂ ਨੂੰ ਜਿੰਦਿਆਂ ਨੂੰ ਖਾਂਦੇ ਆ ਤੇ ਸਾਧ ਸੰਗਤ ਦੀ ਫਿਰ ਰੋਗ ਚੱਲ ਪਿਆ, ਮਹਾਮਾਰੀ ਫੈਲ ਗਈ। ਸੋ ਇਸ ਕਰਕੇ ਇਹ ਮਨੁੱਖ ਨੂੰ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ। ਦੋਹਰਾ ਸ਼੍ਰੀ ਪ੍ਰਭ ਤਿਨ ਕੋ ਗਤ ਦਈ, ਭੋਜ ਭਈ ਜਬ ਆਏ। ਉਹਨਾਂ ਦੀ ਕੁਰਬਾਨੀ ਜਿਹੜੀ ਕਬੂਤਰ ਤੇ ਕਬੂਤਰੀ ਦੀ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਪਹੁੰਚ ਗਈ। ਅੱਜ ਕੇ ਆਖੋ ਸਤਨਾਮ। ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਦੀ ਗਤੀ ਕਰ ਦਿੱਤੀ, ਦੋਵਾਂ ਦਾ ਕਲਿਆਣ ਕਰ ਦਿੱਤਾ। ਸਭ ਬਿਧ ਅਚਰਜ ਦੇਖ ਕੈ, ਚਲਿਓ ਪੰਥ ਤਬ ਧਾਏ। ਤੇ ਕੀ ਵੇਖਦੇ ਆ ਵੀ ਉਹ ਸਿੱਖ ਵੇਖਦਾ ਵੀ ਕਬੂਤਰ ਤੇ ਕਬੂਤਰੀ, ਵਾਹਿਗੁਰੂ ਅਜੇ ਸਿੱਖ ਨਹੀਂ ਉਹ ਬਣਿਆ, ਮਾਫੀ ਬਖਸ਼ਿਓ। ਉਹ ਬੰਦਾ ਵੇਖਦਾ ਵੀ ਕਬੂਤਰ ਤੇ ਕਬੂਤਰੀ ਨੇ ਮੇਰੇ ਵਾਸਤੇ ਪ੍ਰਾਣ ਤਿਆਗ ਦਿੱਤੇ ਆ, ਤੇ ਹੈਰਾਨੀ ਮੰਨ ਕੇ ਉਹ ਆਪਣੇ ਰਸਤੇ ਤੇ ਤੁਰ ਪਿਆ। ਫਿਰ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਪਹੁੰਚਿਆ ਤੇ ਉਹ ਜਿੰਨੀ ਸਿੱਖ ਨੇ ਮਾਇਆ ਦਿੱਤੀ ਸੀ, ਉਹ ਸਾਰੀ ਦੀ ਸਾਰੀ ਇਸ ਮਨੁੱਖ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੀ। ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਹੁਣ ਉਪਦੇਸ਼ ਲੈਣ ਵਾਸਤੇ ਵੀ ਮਹਾਰਾਜ ਹੁਣ ਮੈਨੂੰ ਦੱਸੋ ਵੀ ਮੈਂ ਕੀ ਬਣਾ। ਤੁਸੀਂ ਕਹਿੰਦੇ ਸੀ ਇਹ ਕੰਮ ਕਰਕੇ ਆਈ, ਫਿਰ ਦੱਸਾਂਗੇ ਤੈਨੂੰ ਕੀ ਤੂੰ ਕੀ ਬਣਨਾ ਹੈ। ਹੁਣ ਮਹਾਰਾਜ ਮੈਨੂੰ ਦੱਸੋ। ਬੋਲੇ ਪ੍ਰਭੂ ਨਿਸ਼ਾ ਤਬ ਹੋਈ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿਣ ਲੱਗੇ ਅਜੇ ਤੈਨੂੰ ਤੇਰੀ ਨਿਸ਼ਾ ਨਹੀਂ ਹੋਈ। ਹਾਂਜੀ, ਪ੍ਰਥਮ ਆਏ ਕੈ ਬੂਝਿਓ ਸੋਈ। ਜੋ ਤੂੰ ਪਹਿਲਾਂ ਆ ਕੇ ਪੁੱਛਿਆ ਸੀ ਅਜੇ ਤੱਕ ਤੇਰੀ ਤਸੱਲੀ ਨਹੀਂ ਹੋਈ। ਹਾਂਜੀ, ਕਾਹੇ ਸਿੱਖ ਮੈਂ ਕਛੂ ਨਾ ਜਾਣਾ। ਤਾਂ ਉਹ ਕਹਿਣ ਲੱਗਾ ਜੀ ਮੈਂ ਅਜੇ ਕੁਝ ਵੀ ਨਹੀਂ, ਮੈਨੂੰ ਸਮਝ ਹੀ ਨਹੀਂ ਆਈ। ਹਾਂਜੀ, ਸਮਝਾਵੋ ਅਬ ਕਰੋ ਬਖਾਨੋ। ਮਹਾਰਾਜ ਤੁਸੀਂ ਦੱਸੋ, ਆਪ ਕਿਰਪਾ ਕਰਕੇ ਮੈਨੂੰ ਦੱਸੋ। ਦੋਹਰਾ ਸ਼੍ਰੀ ਪ੍ਰਭ ਬੋਲੇ ਸਿੱਖ ਤੈ ਜੈਸੋ ਦੇਖਿਓ ਜਾਏ। ਮਹਾਰਾਜ ਕਹਿਣ ਲੱਗੇ ਵੇਖ ਲੈ, ਸਿੱਖ ਬਣਨਾ ਹੈ ਤੇ ਉਹੋ ਜੇ ਸਿੱਖ ਵਰਗਾ ਸਿੱਖ ਬਣੀ ਜਿਹੋ ਜਿਹਾ ਤੂੰ ਕੱਲ ਜਾ ਕੇ ਵੇਖਿਆ ਹੈ। ਹਾਂਜੀ, ਗੁਰ ਕੋ ਸਰਬਸ ਜਾਣ ਕੈ ਸੁਤਾ ਵੇਚ ਧਨ ਲਿਆਏ। ਕਿ ਆਪਣੇ ਗੁਰੂ ਨੂੰ ਸਰਵਉੱਚ ਜਾਣ ਕੇ, ਗੁਰੂ ਦਾ ਹੁਕਮ ਜਾਣ ਕੇ ਆਪਣੀ ਧੀ ਨੂੰ ਵੇਚ ਕੇ ਮਾਇਆ ਲਿਆ ਕੇ ਦਿੱਤੀ ਹੈ। ਹਾਂਜੀ, ਚੌਪਈ ਸਿੱਖ ਹੋਣ ਜੇ ਮਨ ਲਲਚਾਏ। ਤੇ ਜੇ ਤੇਰਾ ਸਿੱਖ ਬਣਨ ਨੂੰ ਮਨ ਚਾਹੁੰਦਾ ਹੈ ਨਾ ਵੀ ਮੈਂ ਸਿੱਖ ਬਣਨਾ ਹੈ, ਹਾਂਜੀ, ਇਸ ਸਮ ਮਨੋ ਪਰਮਗਤ ਪਾਏ। ਤੇ ਫਿਰ ਉਸ ਸਿੱਖ ਵਰਗਾ ਬਣੀ। ਗੱਜ ਕੇ ਆਖੋ। ਤੇ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਕੇਵਲ ਦੱਸਿਆ ਨਹੀਂ, ਗੁਰੂ ਨਾਨਕ ਸਾਹਿਬ ਨੇ ਵਿਖਾਇਆ। ਮਹਾਰਾਜ ਨੇ ਆਖਿਆ ਉਸ ਸਿੱਖ ਵਰਗਾ ਬਣੀ ਜੇ ਸਿੱਖ ਬਣਨਾ ਤੇ ਫਿਰ ਤੇਰੀ ਪਰਮਗਤੀ ਹੋਵੇਗੀ। ਜੇ ਤੂੰ ਚਾਹਤ ਕਰਨ ਫਕੀਰੀ। ਜੇ ਤੂੰ ਫਕੀਰ ਬਣਨਾ, ਹਾਂਜੀ, ਔਰ ਤੇ ਤਜੋ ਪਰਮ ਹਰਖ ਦਲਗੀਰੀ। ਤੇ ਫਿਰ ਆਪਣੇ ਦਿਲ ਤੋਂ ਖੁਸ਼ੀ ਤੇ ਗਮੀ ਨੂੰ ਕੱਢ ਦੇ। ਮਹਾਰਾਜ ਕਹਿਣ ਲੱਗੇ ਖੁਸ਼ੀ ਤੇ ਗਮੀ ਇਹਨਾਂ ਨੂੰ ਆਪਣੇ ਮਨਾਂ ਵਿੱਚੋਂ ਕੱਢ ਦੇ। ਮਹਾਰਾਜ ਕਹਿਣ ਲੱਗੇ
ਜਿਵੇਂ ਪੰਥ ਵਿਖੇ ਦੇਖਿਓ ਸੰਤ ਜੈਸਾ। ਜਿਵੇਂ ਰਾਹ ਵਿੱਚ ਸੰਤ ਵੇਖਿਆ ਸੀ ਨਾ, ਮਹਾਰਾਜ ਕਹਿਣ ਲੱਗੇ ਉਹੋ ਜਿਹਾ ਬਣ ਫਿਰ। ਹੁਣ ਇਹਨੇ ਗੱਲ ਤੇ ਨਹੀਂ ਦੱਸੀ ਮਹਾਰਾਜ ਨੂੰ ਰਸਤੇ ਦੀ, ਪਰ ਮਹਾਰਾਜ ਨੂੰ ਸਾਰੀ ਗੱਲ ਦਾ ਹੀ ਪਤਾ ਹੈ। ਹਾਂਜੀ। ਕਰ ਸਮਾਨ ਬਿਰਥੀ ਹੋਇ ਤੈਸਾ। ਸਮਾਨ ਬਿਰਤੀ ਰੱਖ, ਸਮਾਨ ਬਿਰਤੀ ਰੱਖ, ਐ ਨਾ ਹਰਖ ਨਾ ਸ਼ੋਗ, ਇਹ ਸੁਭਾਅ ਰੱਖ। ਪਦਾਰਥ ਹਰਖ ਨਾ ਕੀਨਾ। ਪਦਾਰਥ ਪਾ ਕੇ ਖੁਸ਼ੀ ਨਾ ਹੋਵੇ। ਸਾਨੂੰ ਕੋਈ ਗਿਫਟ ਮਿਲਦਾ ਅਸੀਂ ਖੁਸ਼ ਹੁੰਦੇ ਹਾਂ। ਫਕੀਰ ਬਣਨਾ ਤਾਂ ਇਹੋ ਜਿਹਾ ਬਣ, ਕੋਈ ਪਦਾਰਥ ਮਿਲੇ ਉਹਦੀ ਖੁਸ਼ੀ ਨਹੀਂ ਕਰਨੀ। ਹਾਂਜੀ। ਗਇਓ ਪਾਸ ਤੇ ਸ਼ੋਕ ਨਾ ਕੀਨਾ। ਤੇ ਜੇ ਚਲੇ ਜਾਵੇ ਤੇ ਉਹਦਾ ਫਿਰ ਰੋਣ ਨਹੀਂ ਲੱਗ ਪੈਣਾ, ਗਮ ਨਹੀਂ ਕਰਨ ਲੱਗ ਪੈਣਾ। ਸਾਧ ਸੰਗਤ ਜੀ ਇੱਕ ਬਚਨ ਹੈ, ਪੱਲੇ ਕਦੇ ਨਹੀਂ ਰੱਬ ਦੇ ਬੰਨ੍ਹਦੇ ਪੰਛੀ ਤੇ ਦਰਵੇਸ਼। ਜਿਹੜਾ ਪੰਛੀ ਹੈ ਨਾ, ਉਹ ਕਦੀ ਵੀ ਵਾਧੂ ਦਾਣਾ ਜੋੜ ਕੇ ਨਹੀਂ ਰੱਖਦਾ, ਰੋਜ਼ ਚੋਗਾ ਚੁਗਦਾ। ਜਿਵੇਂ ਪੰਛੀ ਕੁਝ ਪੱਲੇ ਨਹੀਂ ਬੰਨ੍ਹ ਕੇ ਰੱਖਦਾ, ਉਵੇਂ ਸਾਧ ਸੰਗਤ ਜੀ ਜਿਹੜਾ ਦਰਵੇਸ਼ ਹੈ ਨਾ, ਦਰਵੇਸ਼ ਇਹ ਵੀ ਆਪਣੇ ਪੱਲੇ ਨਹੀਂ ਕੁਛ ਬੰਨ੍ਹ ਕੇ ਰੱਖਦਾ। ਜੇ ਚੀਜ਼ਾਂ ਦੇ ਨਾਲ ਮੋਹ ਹੈ, ਪਦਾਰਥਾਂ ਨਾਲ ਪਿਆਰ ਪੈ ਗਿਆ ਤੇ ਉਹ ਸੰਤ ਕਾਹਦਾ ਹੈ? ਤੇ ਜੇ ਸੰਤ ਨੂੰ ਗੱਡੀ ਨਾਲ ਪਿਆਰ ਹੈ, ਸੰਤ ਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਹੈ, ਤਾਂ ਉਹ ਸੰਤ ਨਹੀਂ ਹੈ। ਸੰਤ ਨੂੰ ਡੇਰੇ ਨਾਲ ਪਿਆਰ ਹੈ ਤੇ ਉਹ ਸੰਤ ਨਹੀਂ ਹੈ। ਸੰਤ ਬੜੀ ਵੱਡੀ ਅਵਸਥਾ ਦਾ ਨਾਮ ਹੈ। ਸੰਤਾਂ ਗੁਰਮੁਖਾਂ ਦੀ ਅਵਸਥਾ ਬਹੁਤ ਵੱਡੀ ਹੁੰਦੀ ਹੈ। ਪੱਲੇ ਕਦੀ ਨਹੀਂ ਬੰਨ੍ਹਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਕੀਆ ਰੱਬ ਦਾ ਤਿੰਨਾ ਰਿਜ਼ਕ ਹਮੇਸ਼। ਪੰਛੀ ਵੀ ਰੱਬ ਦੇ ਆਸਰੇ ਰਹਿੰਦਾ ਤੇ ਦਰਵੇਸ਼ ਵੀ ਰੱਬ ਦੇ ਆਸਰੇ ਰਹਿੰਦਾ ਹੈ। ਔਰ ਕਹਾਵਤ ਬਣਾਉਣ ਵਾਲਾ ਕਹਿੰਦਾ ਹੈ, ਜਿਨ੍ਹਾਂ ਨੂੰ ਰੱਬ ਦਾ ਤਕੀਆ ਹੁੰਦਾ, ਆਸਰਾ ਹੁੰਦਾ, ਉਹਨਾਂ ਨੂੰ ਸਦਾ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਛਕਣ ਦੀ ਮਿਲ ਹੀ ਜਾਂਦਾ ਹੈ। ਉਹਨਾਂ ਕੋਲ ਹਮੇਸ਼ਾ ਰਿਜ਼ਕ ਰਹਿੰਦਾ ਹੈ। ਤੇ ਜਿਨ੍ਹਾਂ ਨੂੰ ਰੱਬ ਦਾ ਤਕੀਆ ਨਹੀਂ ਹੁੰਦਾ, ਉਹ ਜੋੜਦੇ ਰਹਿੰਦੇ ਆ, ਜੋੜਦੇ ਰਹਿੰਦੇ ਆ। ਜੋੜਿਆ ਹੋਇਆ ਕਈ ਵਾਰੀ ਕੰਮ ਹੀ ਨਹੀਂ ਆਉਂਦਾ ਬੰਦੇ ਦੇ। ਗੱਜ ਕੇ ਆਖੋ ਸਤਿਨਾਮ। ਬੜੇ ਬੜੇ ਗੁਰਮੁਖ ਸਾਦੇ ਹੋਏ ਹੈ, ਸਾਦੇ। ਤੇ ਮੈਂ ਇੱਕ ਅੱਧੇ ਦਾ ਪ੍ਰਮਾਣ ਦੇ ਕੇ ਅੱਗੇ ਚੱਲਾਂਗਾ। ਕਾਰ ਸੇਵਾ ਵਾਲਿਆਂ ਦੀ ਨਿੰਦਿਆ ਤੇ ਇੱਕ ਖਿੰਨ ਵਿੱਚ ਕਰ ਦਿੰਦੇ ਆ, ਪਰ ਕਾਰ ਸੇਵਾ ਦੇ ਵਿੱਚ ਐਸੇ ਐਸੇ ਗੁਰਮੁਖ ਹੋਏ ਆ ਜਿਨ੍ਹਾਂ ਨੇ 2 ਕੁੜਤੀਆਂ ਨਾਲ ਹੀ ਜੀਵਨ ਕੱਢਤਾ ਆਪਣਾ ਸਾਰਾ। 2 ਕਛਹਿਰਿਆਂ ਨਾਲ ਜੀਵਨ ਕੱਢ ਦਿੱਤਾ ਆਪਣਾ। ਔਰ ਇੱਕ ਗੁਰਮੁਖ ਕਾਰ ਸੇਵਾ ਵਿੱਚ ਇੰਨੀ ਨਿਮਰਤਾ ਵਾਲੇ ਕਿ ਬਿੰਨੂ ਬਣਾਉਂਦੇ ਆ। ਜਿਹੜੀ ਕੁੜਤੀ ਗਲ ਜਾਵੇ ਨਾ, ਕੰਮ ਨਾ ਆਵੇ, ਫਟ ਜਾਵੇ, ਉਹਦਾ ਬਿੰਨੂ ਬਣਾਉਂਦੇ ਆ। ਉਹ ਬਿੰਨੂ ਨੂੰ ਸਿਰ 'ਤੇ ਰੱਖ ਕੇ ਫਿਰ ਬਾਲਟਾ ਰੱਖਦੇ। ਕਹਿੰਦੇ ਉਹ ਜਿਹੜਾ ਬਿੰਨੂ ਵੀ ਕੰਮ ਨਾ ਆਵੇ, ਉਹ ਸੁੱਟ ਦਿੰਦੇ ਆ। ਤੇ ਇੱਕ ਗੁਪਤ ਸਾਧੂ ਗੁਰਮੁਖ ਪਿਆਰੇ ਕਹਿੰਦੇ ਫਿਰ ਉਹਨੂੰ ਖੋਲ੍ਹਦੇ ਆ, ਉਹਦੇ 'ਚੋਂ ਜਿਹੜਾ ਕੱਪੜਾ ਬਚਦਾ ਉਹਨੂੰ ਟਾਕੀਆਂ ਲਾਉਂਦੇ ਆ, ਉਹ ਪਾਉਂਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨੀਆਂ ਲੋੜਾਂ ਮਾਰੀਆਂ, ਇੰਨੀਆਂ ਲੋੜਾਂ ਮਾਰ ਲਈਆਂ। ਸੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਦਸਵੇਂ ਵਾਹਿਗੁਰੂ ਗੁਰੂ ਨਾਨਕ ਸਾਹਿਬ ਉਹਨੂੰ ਦੱਸ ਰਹੇ ਵੀ ਜੇ ਫਕੀਰ ਬਣਨਾ ਤਾਂ ਇਹੋ ਜਿਹਾ ਬਣੀ। ਆਈ ਚੀਜ਼ ਦੀ ਖੁਸ਼ੀ ਨਹੀਂ ਤੇ ਗਈ ਚੀਜ਼ ਦਾ ਗਮ ਨਹੀਂ। ਤੇ ਜੇ ਤੂੰ ਗ੍ਰਸਤੀ ਬਣਨਾ, ਜੇ ਤੂੰ ਗ੍ਰਸਤੀ ਬਣਨਾ ਚਾਹੁੰਦਾ ਹੈ, ਵਿਆਹ ਕਰਾਉਣਾ ਚਾਹੁੰਦਾ ਹੈ, ਘਰ ਪਰਿਵਾਰ ਵਾਲਾ ਬਣਨਾ ਚਾਹੁੰਦਾ ਹੈ, ਤੇ ਫਿਰ ਉਹਨਾਂ ਪੰਛੀਆਂ ਵਰਗਾ ਬਣੀ। ਮਹਾਰਾਜ ਕਹਿੰਦੇ ਹਾਂਜੀ। ਪ੍ਰਾਹੁਣਾ ਆ ਗਿਆ, ਘਰ ਵਿੱਚ ਲੋੜਵੰਦ ਆਇਆ,
ਉਹਦੇ ਵਾਸਤੇ ਫਿਰ ਦੁੱਖ ਨਹੀਂ ਵਿਚਾਰਿਆ, ਆਪਣਾ ਦੁੱਖ ਨਹੀਂ ਵਿਚਾਰਿਆ ਵੀ ਅਸੀਂ ਸੜ ਚੱਲੇ ਆ, ਬਲਕਿ ਉਹਦੇ ਸੁੱਖ ਦਾ ਧਿਆਨ ਰੱਖਿਆ। ਮਹਾਰਾਜ ਕਹਿਣ ਲੱਗੇ, ਵੇਖ ਇੱਕ ਖਿੰਨ ਵਿੱਚ ਉਸ ਕਬੂਤਰ ਤੇ ਕਬੂਤਰੀ ਨੇ ਅੱਗ ਵਿੱਚ ਪੈ ਕੇ ਤੇਰੇ ਵਾਸਤੇ ਆਪਣਾ ਸਰੀਰ ਖਤਮ ਕਰ ਦਿੱਤਾ। ਹਾਂਜੀ, ਗ੍ਰਸਤੀ ਹੋਵੇ ਤੇ ਇਹੋ ਜਿਹਾ ਹੋਵੇ, ਭਾਵ ਜਿਹੜੇ ਘਰ ਪਰਿਵਾਰ 'ਚ ਰਹਿੰਦੇ ਆ, ਜਿਨ੍ਹਾਂ ਦੇ ਵਿਆਹ ਹੋਏ ਆ, ਜਿਨ੍ਹਾਂ ਦੇ ਬੱਚੇ ਹੈ, ਪਰਿਵਾਰ ਹੈ, ਨੌਕਰੀਆਂ ਕਰਦੇ ਆ, ਉਹ ਇੱਕ ਗੱਲ ਦਾ ਧਿਆਨ ਰੱਖਣ, ਜੇ ਤੁਹਾਡੇ ਘਰ ਵਿੱਚ ਲੋੜਵੰਦ ਆਵੇ ਤੇ ਫਿਰ ਐਸਾ ਨਾ ਹੋਵੇ ਲੋੜਵੰਦ ਖਾਲੀ ਚਲੇ ਜਾਵੇ। ਲੋੜਵੰਦ ਦੀ ਲੋੜ ਪੂਰੀ ਕਰਨੀ ਗ੍ਰਸਤੀ ਦਾ ਧਰਮ ਹੈ, ਧਰਮ ਹੈ। ਇੱਕ ਵਾਕਿਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਮੈਂ ਉਹ ਕਹਿ ਕੇ ਅੱਗੇ ਚੱਲਾਂਗਾ, ਔਰ ਇਹ ਮੇਰੇ ਵੇਖਣ ਦੀ ਗੱਲ ਹੈ। ਗੁਰਮੁਖ ਪਿਆਰੇ ਇੱਕ ਕਥਾ ਕਰਦੇ ਆ, ਤੇ ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਹੀ ਇੱਕ ਸਾਧੂ ਆ ਗਿਆ। ਉਹ ਧੋਤੀ ਬੰਨ੍ਹਦਾ ਸੀ, ਹਿੰਦੂ ਧਰਮ ਦਾ ਸੀ, ਔਰ ਉਹਨਾਂ ਦਾ ਗੁਰਮੁਖਾਂ ਦਾ ਸੁਭਾਅ ਵੀ ਕੋਈ ਹਿੰਦੂ ਧਰਮ ਦਾ ਆ ਜੇ, ਸਿੱਖ ਦਾ ਆ ਜੇ, ਮੁਸਲਮਾਨ ਧਰਮ ਦਾ ਆ ਜੇ, ਕੋਈ ਵੀ ਆ ਜੇ, ਉਹਨੂੰ ਜਲ ਪਾਣੀ ਛਕਾਉਣਾ, ਪ੍ਰਸ਼ਾਦਾ ਛਕਾਉਣਾ। ਤਾਂ ਜੇ ਕੋਈ ਹਿੰਦੂ ਆ ਜਾਂਦਾ ਤਾਂ ਉਹਨੂੰ ਰਮਾਇਣ ਲਾ ਕੇ ਦੇ ਦਿੰਦੇ ਸੀਗੇ ਉਹ, ਵੀ ਇਹਨੂੰ ਵੇਖ ਆਨੰਦ ਲੈ। ਮੁਸਲਮਾਨ ਆਉਂਦਾ ਉਹਨੂੰ ਕਵਾਲੀਆਂ ਲਾ ਦਿੰਦੇ ਵੀ ਤੂੰ ਇਹ ਵੇਖੀ ਜਾ, ਤੇ ਸਿੱਖ ਆਉਂਦਾ ਤੇ ਉਹਨੂੰ ਗੁਰਬਾਣੀ ਲਾ ਦਿੰਦੇ ਵੀ ਆਹ ਲੈ ਗੁਰਬਾਣੀ ਸੁਣ। ਤੋ ਤੜਕਸਾਰ ਦਾ ਸਮਾਂ ਸੀਗਾ, ਤਾਂ ਉਹ ਫਕੀਰ ਨੇ ਜਾਣਾ ਸੀ ਤਾਂ ਉਹਨੂੰ ਧੋਤੀ ਦੀ ਜ਼ਰੂਰਤ ਸੀ। ਕਹਿੰਦਾ ਅਰੇ ਭਾਈ ਮੁਝੇ ਇੱਕ ਧੋਤੀ ਕੀ आवश्यकता है। ਉਹ ਕਹਿਣ ਲੱਗੇ ਵੀ ਕੁਝ ਸਮਾਂ ਠਹਿਰੋ, कुछ समय तक दुकानें खुल जाएंगी, फिर आपको दे देंगे। वो कहने लगा नहीं मैंने अभी जाना है, जरूरी जाना है। तो फिर उन्होंने घर वाली ने की किया, घर वाली उन्होंने तो भी अगे निकली, मैं तो वेख के हैरान हो गया। कहन लगी कोई नहीं धोती चाहिए है ना इन्हों। वो कहन लगे हाँ भाई साहब, कहते हाँ धोती चाहिए है। कहन लगी कोई गल नहीं, धोती चाहिए, धोती का प्रबंध हो जाएगा। वो कहन लगे किवें? उन्हें रजाई का गलाफ फाड़ दिता, अपने घर की रजाई का गलाफ फाड़ दिता ते ओदी धोती बना के दे दिती भी लो एदी धोती पहन लो। और मैं वेख के बड़ा प्रसन्न होया भी वाकई असल विच सफल गृहस्थी हन। घर विच कोई लोड़वंद आया, ओदी लोड़ नूं पूरा करना गृहस्थी दा परम धर्म है, परम धर्म। ते जे कोई लोड़वंद आ जावे ते गृहस्थी ओदी लोड़ ना पूरी कर सके, वो फिर सफल गृहस्थी नहीं अजे बनिया। एक गुरमुख दा बचन है ना भी साधु ने कौडी जौड़ी होवे, साधु कौडी दा नहीं है, ते गृहस्थी कोल कौडियां ना होण, गृहस्थी भी कौडी दा नहीं है। साधु माया जोड़ी बैठे, साधु नहीं है, ते गृहस्थी माया जोड़ के ना बैठा होवे, भाव और थां ते आके किसी दी लोड़ ना पूरी होवे, गृहस्थी भी कौडी दा नहीं है। पुण्य दान का करे शरीर, सो गिरही गंगा का नीर। सो महाराज गुरु नानक साहब ने आए हुए मनुख नूं समझाया। महाराज कहते जे गृहस्थी बनना है तो फिर इहो जिहा बनना है, आए हुए नूं सुख देना है, अपने दुख की परवाह नहीं करनी। तुसीं इसे करके साध संगत ये गुरु नानक साहब का घर है। और भाई गुरदास जी लिखते सकल धर्म बिखे गृहस्थ प्रधान है। गृहस्थी बंदा थोड़ा नाम जप ले, ज़्यादा फल मिलता है। क्यों मिलता? क्योंकि वो होर जिम्मेवारियां नूं भी मुख रखदा।
ਸੋ ਇਸ ਤਰੀਕੇ ਨਾਲ ਮਹਾਰਾਜ ਉਹਨੂੰ ਸਮਝਾਉਂਦੇ ਆ। ਤੀਨੋ ਇਹ ਵਿਚਾਰੀਐ ਨੀਕੀ। ਮਹਾਰਾਜ ਕਹਿਣ ਲੱਗੇ ਆ ਤਿੰਨੋਂ ਹੀ ਤੈਨੂੰ ਸਿਖਰ ਦੀਆਂ ਅਵਸਥਾਵਾਂ ਹਨ। ਸਿੱਖ ਦੀ ਵੀ ਹੈ, ਗ੍ਰਸਤੀ ਦੀ ਵੀ ਹੈ, ਤੇ ਨਾਲ ਦੀ ਨਾਲ ਫਕੀਰ ਦੀ ਵੀ ਹੈ। ਕਰੋ ਆਪ ਜੋ ਸ਼ਰਧਾ ਜੀਵੀ। ਹੁਣ ਜਿਵੇਂ ਤੇਰੀ ਸ਼ਰਧਾ ਉਵੇਂ ਕਰ ਲੈ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਕੰਮ ਬੜਾ ਵਧੀਆ ਕੀਤਾ, ਦੋ ਫਿਰਕਿਆਂ ਨੂੰ ਇਕੱਠਾ ਜੋੜ ਦਿੱਤਾ। ਸਿੱਖੀ ਨੂੰ ਵੀ ਇਕੱਠਾ ਜੋੜਤਾ ਤੇ ਗ੍ਰਸਤੀ ਨੂੰ ਵੀ ਇਕੱਠਾ ਜੋੜਤਾ। ਤੇ ਵਾਹਿਗੁਰੂ ਮੈਨੂੰ ਮਾਫ ਕਰਿਓ, ਕੱਲੇ ਦੋ ਨਹੀਂ, ਗੁਰੂ ਨਾਨਕ ਸਾਹਿਬ ਨੇ ਤਿੰਨਾਂ ਨੂੰ ਇਕੱਠਿਆਂ ਜੋੜ ਦਿੱਤਾ ਜੀ। ਸਿੱਖ ਸਿੱਖ ਵੀ ਹੈ, ਸਿੱਖ ਗ੍ਰਸਤੀ ਵੀ ਹੈ, ਤੇ ਸਿੱਖ ਫਕੀਰ ਵੀ ਹੈ। ਗੱਜ ਕੇ ਆਖੋ ਫਕੀਰ ਕਿਵੇਂ ਹੈ? ਫਕੀਰਾਂ ਵਾਲੀ ਅਵਸਥਾ ਧਾਰਨ ਕਰ ਲੇ। ਆਏ ਦਾ ਗਮ ਖੁਸ਼ੀ ਨਾ ਕਰੇ, ਜਾਏ ਦਾ ਗਮ ਨਾ ਕਰੇ, ਸਿੱਖ ਫਕੀਰ ਵੀ ਹੈ। ਆਏ ਹੋਏ ਲੋੜਵੰਦ ਦੀ ਲੋੜ ਪੂਰੀ ਕਰੇ, ਸਿੱਖ ਗ੍ਰਸਤੀ ਵੀ ਹੈ। ਆਪਣੇ ਗੁਰੂ ਦੇ ਹੁਕਮ ਨੂੰ ਰੱਜ ਕੇ ਵਜਾਵੇ, ਇਹ ਸਿੱਖ ਵੀ ਹੈ। ਗੁਰੂ ਸਾਹਿਬ ਨੇ ਕਿ ਇੱਕੋ ਹੀ ਸਰੀਰ ਵਿੱਚ ਤਿੰਨ ਅਵਸਥਾਵਾਂ ਸੱਚੇ ਪਾਤਸ਼ਾਹ ਜੀ ਨੇ ਐਡ ਕਰ ਦਿੱਤੀਆਂ ਜੀ ਇੱਕ ਸਰੀਰ ਵਿੱਚ। ਤੇ ਵੱਖ-ਵੱਖ ਕੰਮ ਹੁੰਦੇ ਸੀ, ਮੈਨੂੰ ਮਾਫ ਕਰਿਓ, ਇੱਕ ਖਿੰਨ ਵਾਸਤੇ ਰੁਕਣ ਲੱਗਾ। ਬ੍ਰਾਹਮਣ, ਸ਼ੂਦਰ, ਵੈਸ਼ ਤੇ ਖੱਤਰੀ। ਬ੍ਰਾਹਮਣ ਸ਼ੂਦਰ ਦਾ ਕੰਮ ਨਹੀਂ ਸੀ ਕਰਦਾ। ਖੱਤਰੀ ਜਿਹੜਾ ਉਹ ਵੈਸ਼ ਦਾ ਕੰਮ ਨਹੀਂ ਸੀ ਕਰਦਾ। ਵੈਸ਼ ਖੱਤਰੀ ਦਾ ਕੰਮ ਨਹੀਂ ਕਰ ਸਕਦਾ। ਬ੍ਰਾਹਮਣ ਨੇ ਆਪਣੇ ਸ਼ਲੋਕ ਹੀ ਪੜ੍ਹਨੇ ਹੈ, ਗੀਤਾ ਦੇ ਅਰਥ ਕਰਨੇ ਹੈ, ਗ੍ਰੰਥਾਂ ਦਾ ਅਧਿਐਨ ਕਰਨਾ ਹੈ, ਪੂਜਾ ਪਾਠ ਕਰਨੀ ਹੈ। ਬ੍ਰਾਹਮਣ ਦੇ ਵੀ ਕੁਝ ਕਰਮ ਸਨ, ਜਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਬ੍ਰਾਹਮਣ ਨੇ ਇਹ ਕੰਮ ਨਹੀਂ ਕਰਨਾ। ਕੀ? ਸ਼ੂਦਰਾਂ ਵਾਲਾ। ਤੇ ਸ਼ੂਦਰ ਨੇ ਬ੍ਰਾਹਮਣਾਂ ਵਾਲਾ ਕੰਮ ਨਹੀਂ ਕਰਨਾ। ਕੀ ਨਹੀਂ ਕਰਨਾ? ਉਹ ਸ਼ਲੋਕ ਨਹੀਂ ਸੀ ਪੜ੍ਹ ਸਕਦਾ, ਧਾਰਮਿਕ ਗ੍ਰੰਥਾਂ ਨੂੰ ਨਹੀਂ ਸੀ ਪੜ੍ਹ ਸਕਦਾ। ਤੇ ਖੱਤਰੀ ਜਿਹੜਾ ਸਾਧ ਸੰਗਤ ਦੀ ਸ਼ਸਤਰ ਫੜਦਾ ਹੈ, ਜਿਹਨੂੰ ਛਤਰੀ ਕਹਿੰਦੇ ਆ, ਛਤਰੀ ਵੈਸ਼ ਵਾਲਾ ਕੰਮ ਨਹੀਂ ਸੀ ਕਰਦਾ ਹੁੰਦਾ, ਵਪਾਰ ਨਹੀਂ ਸੀ ਕਰਦਾ ਹੁੰਦਾ। ਛਤਰੀਆਂ ਨੂੰ ਬਹੁਤਾ ਫੌਜ ਵਿੱਚ ਹੀ ਭਰਤੀ ਕਰਦੇ ਸਨ। ਔਰ ਜਿਹੜਾ ਵੈਸ਼ ਹੈ ਉਹ ਵੀ ਬ੍ਰਾਹਮਣਾਂ ਵਾਲਾ ਕੰਮ ਨਹੀਂ ਸੀ ਕਰ ਸਕਦਾ। ਤੇ ਗੁਰੂ ਸਾਹਿਬ ਨੇ ਜਿਹੜੇ ਸਿੱਖ ਦੀ ਘਾੜਤ ਘੜੀ ਹੈ, ਸਤਿਗੁਰੂ ਨੇ ਉਹਦੇ ਵਿੱਚ ਬ੍ਰਾਹਮਣ ਵੀ ਰੱਖਿਆ, ਸਤਿਗੁਰੂ ਨੇ ਇਹਦੇ ਵਿੱਚ ਵੈਸ਼ ਵੀ ਰੱਖਿਆ, ਸਤਿਗੁਰੂ ਨੇ ਇਹਦੇ ਵਿੱਚ ਸ਼ੂਦਰ ਵੀ ਰੱਖਿਆ, ਤੇ ਸਤਿਗੁਰੂ ਨੇ ਇਹਦੇ ਵਿੱਚ ਛਤਰੀ ਵੀ ਰੱਖਿਆ। ਸਿੱਖ ਸਾਰੇ ਕੰਮ ਹੀ ਕਰਦਾ। ਕਿਵੇਂ ਕਰਦਾ? ਅੰਮ੍ਰਿਤ ਵੇਲੇ ਜਦੋਂ ਉੱਠ ਕੇ ਬਾਣੀ ਪੜ੍ਹਦਾ ਤੇ ਸਿੱਖ ਉਸ ਸਮੇਂ ਬ੍ਰਾਹਮਣ ਵਾਲਾ ਕਰਮ ਕਰਦਾ, ਬ੍ਰਹਮ ਦੀ ਵਿਚਾਰ ਕਰਦਾ। ਸਾਰੀ ਦਿਹਾੜੀ ਬੈਠ ਕੇ ਵਿਹਲਾ ਬਹਿ ਕੇ ਜਦੋਂ ਬਾਣੀ ਪੜ੍ਹਦਾ, ਸਿੱਖ ਬ੍ਰਾਹਮਣਾਂ ਵਾਲਾ ਕਰਮ ਕਰਦਾ, ਬ੍ਰਹਮ ਦੀ ਵਿਚਾਰ ਕਰਦਾ ਹੈ। ਹੁਣ ਆਪ ਬੈਠੇ ਹੋ, ਆਪਾਂ ਬ੍ਰਾਹਮਣਾਂ ਵਾਲਾ ਕੰਮ ਕਰ ਰਹੇ ਹਾਂ। ਪਰ ਇਹਦੇ ਨਾਲ ਨਾਲ ਮਹਾਰਾਜ ਨੇ ਸਾਨੂੰ ਛਤਰੀ ਕਰਮ ਵੀ ਦਿੱਤਾ ਹੈ, ਗਲ ਵਿੱਚ ਸ੍ਰੀ ਸਾਹਿਬ ਵੀ ਪਵਾਈ ਹੈ, ਸ਼ਸਤਰ ਵੀ ਦਿੱਤੇ। ਸਿੱਖ ਖੇਤੀ ਕਰੇ, ਵਪਾਰ ਕਰੇ, ਨੌਕਰੀ ਕਰੇ, ਵੈਸ਼ ਵਾਲਾ ਕਰਮ ਵੀ ਸਿੱਖ ਕਰਦਾ। ਤੇ ਬ੍ਰਹਮ ਦੀ ਵਿਚਾਰ ਕਰਕੇ, ਗਲ ਵਿੱਚ ਸ੍ਰੀ ਸਾਹਿਬ, ਹੱਥ ਵਿੱਚ ਸ਼ਸਤਰ ਧਾਰਨ ਕਰਕੇ, ਨੌਕਰੀ ਵਪਾਰ ਕਰਕੇ ਕਿਤੇ ਮਾਨੀ ਤੇ ਹੰਕਾਰੀ ਨਾ ਹੋ ਜਾਵੇ। ਸਤਿਗੁਰੂ ਨੇ ਆਪਣੇ ਸਿੱਖ ਨੂੰ ਸ਼ੂਦਰ ਵਾਲਾ ਕਰਮ ਵੀ ਦੱਸਿਆ। ਸ਼ੂਦਰ ਕੀ ਕਰਦਾ ਸੀ? ਸ਼ੂਦਰ ਸੇਵਾ ਕਰਦਾ ਸੀ ਦੂਜਿਆਂ ਦੀ। ਤੇ ਜਦੋਂ ਗੁਰੂ ਕਾ ਸਿੱਖ ਗੁਰੂ ਘਰ ਵਿੱਚ ਆ ਕੇ ਹੱਥ ਵਿੱਚ ਝਾੜੂ ਫੜ ਕੇ ਝਾੜੂ ਫੇਰਦਾ,
ਉਦੋਂ ਸਾਧ ਸੰਗਤ ਜੀ ਗੁਰੂ ਕਾ ਸਿੱਖ ਸ਼ੂਦਰ ਵਾਲਾ ਕਰਮ ਕਰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸ਼ੂਦਰ ਹੈ ਰੱਬ ਦਾ ਹੀ ਰੂਪ ਹੈ। ਭਾਵ ਆਪਣੇ ਸਿੱਖ ਵਿੱਚ ਮਹਾਰਾਜ ਨੇ ਸਾਰੇ ਗੁਣ ਪਾਏ ਹੈ, ਸਾਰੇ ਗੁਣ ਪਾਏ ਹੈ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਉਪਦੇਸ਼ ਚੌਹਾਂ ਵਾਸਤੇ ਸਾਂਝਾ ਰੱਖਿਆ। ਇੱਕ ਸਰੀਰ ਵਿੱਚ ਹੀ ਸਾਰਾ ਕੁਝ ਮਹਾਰਾਜ ਨੇ ਫਿੱਟ ਕੀਤਾ ਹੈ। ਫਕੀਰੀ ਵੀ, ਗ੍ਰਸਤੀ ਵੀ ਤੇ ਸਿੱਖੀ ਵੀ ਮਹਾਰਾਜ ਨੇ ਇੱਕ ਸਰੀਰ ਵਿੱਚ ਪਾਈ ਹੈ। ਸੋ ਮਹਾਰਾਜ ਕਹਿਣ ਲੱਗੇ ਹੁਣ ਤੇਰੀ ਮਰਜ਼ੀ ਹੈ, ਜਿਵੇਂ ਤੇਰੀ ਸ਼ਰਧਾ ਤੂੰ ਉਵੇਂ ਕਰ ਲੈ। ਉਹ ਸੁਣ ਕੇ ਘਬਰਾ ਗਿਆ ਵੀ ਗ੍ਰਸਤੀ ਦਾ ਮਤਲਬ ਤੇ ਹੈ ਵੀ ਆਪਣੇ ਆਪ ਨੂੰ ਕੁਰਬਾਨ ਕਰ ਦਿਓ। ਫਕੀਰੀ ਵਾਲੀ ਅਵਸਥਾ ਵੀ ਮੇਰੇ ਕੋਲ ਨਹੀਂ ਹੈ, ਸਿੱਖ ਵੀ ਨਹੀਂ ਮੈਂ ਬਣ ਸਕਦਾ। ਹਾਂਜੀ, ਉਹਨੇ ਵਿਚਾਰ ਕੀਤੀ ਮੈਂ ਤਾਂ ਕਿਸੇ ਕੰਮ ਨੂੰ ਕਰਨ ਵਿੱਚ ਵੀ ਸਮਰੱਥ ਨਹੀਂ ਹਾਂ। ਹਾਂਜੀ, ਹੱਥ ਜੋੜ ਕੇ ਫਿਰ ਸਾਧ ਸੰਗਤ ਜੀ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ। ਕਹਿੰਦਾ ਮਹਾਰਾਜ ਇਹ ਤਾਂ ਤਿੰਨੋਂ ਹੀ ਕੰਮ ਬੜੇ ਔਖੇ ਆ। ਕੱਜ ਕੇ ਆਖੋ ਗ੍ਰਸਤੀ, ਸੱਚ ਵਿੱਚ ਗ੍ਰਸਤੀ ਬਣਨਾ, ਗ੍ਰਸਤ ਧਰਮ ਨੂੰ ਕਮਾਉਣ ਵਾਲਾ ਬਣਨਾ ਬੜਾ ਔਖਾ ਹੈ। ਫਕੀਰਾਂ ਦੇ ਕੱਪੜੇ ਪਾ ਕੇ ਬਹਿ ਜਾਣਾ ਤੇ ਮਾਇਆ ਇਕੱਠੀ ਕਰੀ ਜਾਣੀ, ਇਹ ਵੀ ਸਾਧ ਸੰਗਤ ਜੀ ਬੜਾ ਸੌਖਾ ਹੈ। ਤੇ ਆਪਣੇ ਆਪ ਨੂੰ ਸਿੱਖ ਖਵਾ ਲੈਣਾ ਵੀ ਸੌਖਾ ਹੈ, ਪਰ ਤਿੰਨਾਂ ਦੇ ਗੁਣ ਆਉਣੇ ਬੜੇ ਔਖੇ ਹੈ। ਹਾਂਜੀ, ਹੋਏ ਆਵਤ ਇੱਕ ਪਾਸ ਨਾ ਮੇਰੇ। ਕਹਿਣ ਲੱਗਾ ਮਹਾਰਾਜ ਮੈਂ ਤੇ ਮੇਰੇ ਕੋਲ ਤੇ ਇੱਕ ਵੀ ਗੁਣ ਨਹੀਂ ਹੋ ਸਕਦਾ ਇਹਨਾਂ ਵਿੱਚੋਂ। ਹਾਂਜੀ, ਜੇ ਨਰ ਸੇ ਧਨ ਵਡੇਰੇ। ਤੇ ਸੱਚ ਤੇ ਮਹਾਰਾਜ ਸਿੱਖ ਵੀ ਧਨ ਹੀ ਨੇ, ਤੁਹਾਡੇ ਸਿੱਖ ਵੀ। ਪਰਉਪਕਾਰੀ ਗ੍ਰਸਤੀ ਵੀ ਧਨ ਹੈ। ਤੇ ਜਿਹੋ ਜਿਹੇ ਫਕੀਰ ਤੁਸੀਂ ਦਰਸ਼ਨ ਕਰਾਏ ਜਿਸ ਫਕੀਰ ਦੇ, ਉਹ ਵੀ ਧਨ ਹਨ। ਮਹਾਰਾਜ ਪਰ ਮੈਂ ਤਾਂ ਇਹਨਾਂ ਵਰਗਾ ਨਹੀਂ ਬਣ ਸਕਦਾ, ਇਹ ਤੇ ਬੜੀਆਂ ਬੜੀਆਂ ਵੱਡੀਆਂ ਅਵਸਥਾਵਾਂ ਵਾਲੇ ਨੇ। ਹਾਂਜੀ, ਪਰ ਮਹਾਰਾਜ ਫਿਰ ਵੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮਹਾਰਾਜ ਹੁਣ ਤੁਹਾਡਾ ਕੰਮ ਹੈ, ਜੋ ਮੈਨੂੰ ਬਣਾਉਣਾ ਹੈ ਬਣਾ ਲਓ। ਹਾਂਜੀ, ਮਹਾਰਾਜ ਨੀਚਾਂ ਦਾ ਉਧਾਰ ਕਰਨ ਵਾਲਾ ਹੈ ਗੁਰੂ ਨਾਨਕ ਸਾਹਿਬ। ਮਹਾਰਾਜ ਆਪ ਜੀ ਦਾ ਸੁਭਾਅ ਹੈ। ਜਿਨ੍ਹਾਂ ਨੂੰ ਮਹਾਰਾਜ ਲੋਕ ਪਤਿਤ ਕਹਿੰਦੇ ਆ, ਮਾੜੇ ਕਹਿੰਦੇ ਆ, ਮਹਾਰਾਜ ਤੁਸੀਂ ਉਹਨਾਂ ਨੂੰ ਪਾਵਨ ਕਰਨ ਵਾਲੇ ਹੋ। ਹਾਂਜੀ, ਤੇ ਹੁਣ ਮੈਨੂੰ ਨਹੀਂ ਪਤਾ, ਨਾ ਮੈਂ ਸਿੱਖੀ ਬਣ ਸਕਦਾ, ਨਾ ਮੈਂ ਗ੍ਰਸਤੀ ਬਣ ਸਕਦਾ, ਤੇ ਨਾ ਮੈਂ ਫਕੀਰ ਬਣ ਸਕਦਾ। ਜੋ ਬਣਾਉਣਾ ਹੈ ਤੁਸੀਂ ਬਣਾਉਣਾ। ਮਹਾਰਾਜ ਚਾਹੀਦਾ ਇਹੋ ਹੀ ਹੈ, ਬੰਦਾ ਸਰੈਂਡਰ ਕਰ ਦੇਵੇ ਗੁਰੂ ਅੱਗੇ ਵੀ ਜੋ ਮਹਾਰਾਜ ਕਰਨਾ ਤੁਸੀਂ ਕਰਨਾ ਹੈ। ਆਪਣੀ ਮੱਤ ਵੀ ਰੱਖੇ, ਪਰ ਗੁਰੂ ਦੀ ਮੱਤ ਤੋਂ ਵੱਡੀ ਆਪਣੀ ਮੱਤ ਨਾ ਕਰੇ। ਹਾਂਜੀ, ਮਹਾਰਾਜ ਮੈਨੂੰ ਅਸਮਰੱਥ ਸਮਝੋ। ਮਹਾਰਾਜ ਮੇਰੇ ਵਿੱਚ ਨਹੀਂ ਹੁਣ ਕੋਈ ਗੁਣ ਹੈਗਾ, ਮੈਨੂੰ ਅਸਮਰੱਥ ਸਮਝੋ, ਮੈਂ ਨਹੀਂ ਇਹ ਬਣ ਸਕਦਾ। ਹਾਂਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਸਾਧ ਸੰਗਤ ਦੀ ਬੇਨਤੀ ਸਰਵਣ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਆਪਣੇ ਮੁਖ ਤੋਂ ਬਚਨ ਕਰਨ ਲੱਗੇ। ਹੁਣ ਉਹਨੂੰ ਉਪਦੇਸ਼ ਦੇਣਾ। ਹਾਂਜੀ, ਮਹਾਰਾਜ ਕਹਿਣ ਲੱਗੇ ਗ੍ਰਸਤੀ ਵੀ ਬਣ, ਸਿੱਖ ਵੀ ਬਣ ਤੇ ਫਕੀਰ ਵੀ ਬਣ, ਤੂੰ ਤਿੰਨੋਂ ਹੀ ਬਣ। ਗੱਜ ਕੇ ਆਖੋ ਸਤਨਾਮ। ਕਿਉਂਕਿ ਸਿੱਖੀ ਦਾ ਰਸਤਾ ਇਹ ਨਹੀਂ ਹੈ ਵੀ ਸਭ ਕੁਝ ਛੱਡ ਕੇ ਇੱਕ ਪਾਸੇ ਜਾ ਕੇ ਬਹਿ ਜਾਓ, ਉਹ ਸਿੱਖ ਹੈ। ਸਿੱਖ ਤੇ ਹੈ ਵੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਰਹਿੰਦਾ ਹੋਇਆ ਵੀ ਸੰਤ ਹੋਵੇ, ਉਹ ਸਿੱਖ ਹੈ।
ਤੇ ਸੰਤ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਸੰਤ ਨਾ ਕਹਾਵੇ, ਉਹ ਵੱਡਾ ਸਿੱਖ ਹੈ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰਿਆ ਕਰ। ਹਾਂਜੀ, ਗਰਭ ਹਿਰਦੇ ਕੋ ਸਭ ਪਰ ਹਰੀਏ, ਦਿਲ ਦਾ ਘਮੰਡ ਦੂਰ ਕਰਦੇ ਆਪਣੇ ਮਨ ਚੋਂ। ਹਾਂਜੀ, ਸਿੱਖਨ ਸੇਵ ਕਰੋ ਮਨ ਨੀਵੇਂ, ਤੇ ਪਿਆਰ ਦੇ ਨਾਲ ਸੇਵਾ ਕਰਿਆ ਕਰ। ਹਾਂਜੀ, ਸਨੈ ਸਨੈ ਤੇਰੀ ਗਤ ਥੀਵੇ, ਆਪੇ ਹੌਲੀ 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 ਤੇਰੀ ਗਤੀ ਹੋ ਜਾਏਗੀ। ਹਾਂਜੀ, ਸੁਰ ਉਪਦੇਸ਼ ਕਰਨ ਸੋ ਲਾਗਾ, ਬਸ ਫਿਰ ਉਹ ਉਪਦੇਸ਼ ਸੁਣ ਕੇ ਕਰਨ ਲੱਗ ਪਿਆ। ਰਿਹਾ ਘਰ ਵਿੱਚ ਹੀ, ਪਰਿਵਾਰ ਵਿੱਚ ਹੀ ਰਿਹਾ, ਪਰ ਸਿੱਖੀ ਨੂੰ ਕਮਾਉਣ ਲੱਗਾ। ਹਾਂਜੀ, ਸੇਵਾ ਵਿਖੈ ਬੜੋ ਅਨੁਰਾਗਾ, ਸੇਵਾ ਵਿੱਚ ਉਹਦਾ ਬੜਾ ਪਿਆਰ ਲੱਗ ਗਿਆ। ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਉਹਦਾ ਬੜਾ ਮਨ ਲੱਗਣ ਲੱਗ ਪਿਆ। ਸਮਾਂ ਪਾਏ ਸਿਮਰਤ ਸਤਿਨਾਮੁ, ਤੇ ਜਦੋਂ ਉਹਨੂੰ ਸਮਾਂ ਮਿਲਣਾ, ਕੰਮਕਾਰ ਕਰਦਿਆਂ ਸਮਾਂ ਮਿਲਣਾ, ਤਾਂ ਫਿਰ ਉਹ ਸਤਿਨਾਮ ਵਾਹਿਗੁਰੂ ਸਿਮਰਨ ਕਰਨ ਲੱਗ ਪਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਇੱਕ ਡਾਕਟਰ ਨੂੰ ਲੈ ਕੇ ਆਏ, ਤਾਂ ਡਾਕਟਰ ਅਜੇ ਪੜ੍ਹਾਈ ਕਰ ਰਿਹਾ ਸੀ ਤੇ ਉਹਨੇ ਵਿਦੇਸ਼ ਵਿੱਚ ਜਾਣਾ ਸੀ। ਘਰ ਵਾਲਿਆਂ ਦੀ ਇੱਛਾ ਸੀ ਵੀ ਇਹ ਸਿੱਖ ਬਣੇ, ਅੰਦਰੋਂ ਜਾਗੇ, ਸਿਮਰਨ ਕਰੇ, ਬਾਣੀ ਪੜ੍ਹੇ। ਤਾਂ ਭਾਈ ਸਾਹਿਬ ਨੂੰ ਭਾਈ ਸਾਹਿਬ ਦੇ ਕੋਲ ਲੈ ਕੇ ਆਏ। ਭਾਈ ਸਾਹਿਬ ਉਹਨੂੰ ਕਹਿਣ ਲੱਗੇ, ਭਾਈ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਉਹ ਕਹਿੰਦਾ, ਮੇਰੇ ਕੋਲ ਨਹੀਂ ਸਮਾਂ ਹੈਗਾ ਸਿਮਰਨ ਕਰਨ ਦਾ, ਮੈਂ ਡਾਕਟਰੀ ਕਰ ਰਿਹਾ, ਪ੍ਰੈਕਟਿਸ ਕਰਨੀ ਹੁੰਦੀ ਹੈ, ਮੇਰੇ ਕੋਲ ਕਿੱਥੋਂ ਸਮਾਂ ਹੈਗਾ। ਭਾਈ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਅੱਛਾ ਕੋਈ ਗੱਲ ਨਹੀਂ, ਜਦੋਂ ਤੂੰ ਕਿਸੇ ਪੇਸ਼ੈਂਟ ਨੂੰ ਵੇਖਣ ਜਾਂਦਾ ਹੈ ਤੇ ਤੇਰੇ ਨਾਲ ਕੋਈ ਹੁੰਦਾ? ਕਹਿੰਦਾ ਨਹੀਂ, ਮੇਰੇ ਨਾਲ ਨਹੀਂ ਕੋਈ ਹੁੰਦਾ। ਕਹਿੰਦੇ ਕਿਵੇਂ ਜਾਂਦਾ? ਕਹਿੰਦਾ ਮੋਟਰ ਤੇ ਜਾਂਦਾ ਆਪਣੀ। ਕਹਿੰਦੇ ਫਿਰ ਇੱਕ ਕੰਮ ਕਰਿਆ ਕਰ, ਮੋਟਰ ਤੇ ਜਦੋਂ ਇਕੱਲਾ ਹੁੰਦਾ ਹੈ ਨਾ, ਤੇ ਪੇਸ਼ੈਂਟ ਨੂੰ ਵੇਖਣ ਜਾਂਦਾ ਹੈ ਜਦੋਂ, ਉਦੋਂ ਹੀ ਕੱਲਾ ਬੈਠ ਕੇ, ਕੱਲਾ ਹੁੰਦਾ ਤੂੰ, ਤੇ ਉਦੋਂ ਸਿਮਰਨ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਿਮਰਨ ਕਰਿਆ ਕਰ। ਜਦੋਂ ਵਾਪਸ ਆਉਣਾ ਉਦੋਂ ਵੀ ਸਿਮਰਨ ਕਰਿਆ ਕਰ, ਤੇ ਜਦੋਂ ਪੜ੍ਹਾਈ ਤੋਂ ਵਿਹਲ ਹੁੰਦੀ ਹੈ ਉਦੋਂ ਹੀ ਸਿਮਰਨ ਕਰਿਆ ਕਰ। ਜਦੋਂ ਟਾਈਮ ਮਿਲ ਜਾਵੇ ਉਦੋਂ ਹੀ ਸਿਮਰਨ ਕਰਨ ਲੱਗ ਪਿਆ ਕਰ। ਜਿਵੇਂ ਇਸ ਸਿੱਖ ਤੇ ਮਹਾਰਾਜ ਨੇ ਕਿਰਪਾ ਕੀਤੀ, ਹੁਣ ਸਿੱਖ ਬਣ ਗਿਆ ਏ। ਭਾਈ ਸੰਤੋਖ ਸਿੰਘ ਲਿਖਦੇ, ਸਮਾਂ ਪਾਏ ਸਿਮਰਨ ਸਤਨਾਮੁ, ਜਦੋਂ ਉਹਨੂੰ ਸਮਾਂ ਮਿਲਣਾ ਉਹ ਸਤਨਾਮ ਦਾ ਸਿਮਰਨ ਕਰਨ ਲੱਗ ਪਿਆ। ਜਦੋਂ ਤੁਹਾਨੂੰ ਟਾਈਮ ਲੱਗੇ, ਵਿਹਲੇ ਹੋਵੋ, ਲਾਗੇ ਨਾ ਕੋਈ ਹੋਵੇ, ਬਸ ਉਦੋਂ ਹੀ ਸ਼ੁਰੂ ਕਰ ਦਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਲਿਖਦੇ ਵੀ 1 ਮਹੀਨਾ ਉਹਨੇ ਇਸ ਤਰ੍ਹਾਂ ਕੀਤਾ। ਜਦੋਂ ਟਾਈਮ ਮਿਲਣਾ ਉਦੋਂ ਸ਼ਾਂਤੀ ਨਾਲ ਬੈਠ ਕੇ ਸਿਮਰਨ ਕਰਨਾ, ਪ੍ਰੇਮ ਨਾਲ ਬੈਠ ਕੇ, ਇਕਾਗਰਤਾ ਵਿੱਚ। ਕਹਿਣ ਲੱਗੇ ਫਿਰ ਉਹਦੇ ਘਰਦਿਆਂ ਦਾ, ਉਹਨੇ ਆਪਣੇ ਘਰਦਿਆਂ ਨੂੰ 1 ਮਹੀਨੇ ਬਾਅਦ ਫੋਨ ਕੀਤਾ, ਤੁਸੀਂ ਗੁਰਮੁਖ ਨਾਲ ਮੈਨੂੰ ਮਿਲਾ ਕੇ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ, ਹੁਣ ਮੈਂ ਸ਼ਾਂਤ ਰਹਿਣਾ, ਹੁਣ ਮੈਂ ਆਨੰਦ ਵਿੱਚ ਰਹਿਣਾ। ਤਾਂ ਭਾਈ ਸਾਹਿਬ ਪ੍ਰਮਾਣ ਦਿੰਦੇ, ਕਹਿੰਦੇ ਕੋਈ ਬੰਦਾ ਕੱਪੜੇ ਵੇਚਦਾ, ਦੁਕਾਨ ਖੋਲ੍ਹੀ ਹੈ, ਤੇ ਜਦੋਂ ਗਾਹਕ ਆਇਆ ਉਦੋਂ ਤੇ ਕੱਪੜੇ ਖੋਲ ਕੇ ਵਿਖਾਉਣੇ ਆ, ਤੇ ਜਦੋਂ ਵਿਹਲਾ ਬੈਠਾ ਉਦੋਂ 5 ਮਿੰਟ ਹੀ ਅੱਖਾਂ ਬੰਦ ਕਰਕੇ ਇਮਾਨਦਾਰੀ ਦੇ ਨਾਲ ਗੁਰਮੰਤਰ ਦਾ ਜਾਪ ਕਰ ਲਿਆ ਕਰੇ। 5 ਮਿੰਟ ਦਾ ਜਪਿਆ ਹੋਇਆ ਸਿਮਰਨ ਜਿਹੜਾ ਦਰਗਾਹ ਵਿੱਚ ਸ਼ਰਮਿੰਦਾ ਨਹੀਂ ਹੋਣ ਦੇਗਾ।
ਸ਼ਰਮਿੰਦਾ ਨਹੀਂ ਹੋਣ ਦੇਗਾ। 5 ਮਿੰਟ ਦੇ ਸਿਮਰਨ ਦੀ ਬੜੀ ਵੱਡੀ ਮਹਿਮਾ ਹੈ। 5 ਮਿੰਟ ਦੇ ਜਾਪ ਦੀ ਬੜੀ ਵੱਡੀ ਮਹਿਮਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ। ਉਹ ਜਦੋਂ ਉਹਨੂੰ ਸਮਾਂ ਮਿਲਣਾ ਉਹਨੇ ਸਿਮਰਨ ਕਰਿਆ ਕਰਨਾ, ਜਾਪ ਕਰਿਆ ਕਰਨਾ। ਬਸ ਫਿਰ ਹੌਲੀ 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 ਉਹਦੀ ਲਿਵ ਲੱਗਣ ਲੱਗ ਪਈ ਜੀ। ਉਹਦਾ ਧਿਆਨ ਜੁੜਨ ਲੱਗ ਪਿਆ। ਉਹਦਾ ਮਨ ਜਿਹੜਾ ਹੈ ਉਹ ਸਿਮਰਨ ਵਿੱਚ ਜੁੜਨ ਲੱਗ ਪਿਆ। ਤੇ ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੇ ਸਿਮਰਨ ਦੀ ਮਹਿਮਾ ਦੇ ਨਾਲ ਸਾਧ ਸੰਗਤ ਜੀ ਉਹ ਮੁਕਤ ਹੋਣ ਲੱਗ ਪਏ। ਉਹ ਮੁਕਤ ਹੋ ਗਿਆ ਤੇ ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਨਮ ਮਰਨ ਦਾ ਕਸ਼ਟ ਜਿਹੜਾ ਉਹ ਮੁੱਕ ਗਿਆ ਉਹਦਾ ਜੀ। ਹਾਂਜੀ, ਇਸ ਪ੍ਰਕਾਰ ਉਹਦੇ ਉਪਦੇਸ਼ਾ, ਇਸ ਤਰੀਕੇ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਿੱਖ ਨੂੰ ਉਪਦੇਸ਼ ਦਿੱਤਾ। ਭਾਈ ਘਰ ਵਿੱਚ ਰਹਿਣਾ, ਘਰ ਵਿੱਚ ਰਹਿ ਕੇ ਸਿਮਰਨ ਕਰਿਆ ਕਰ, ਜਾਪ ਕਰਿਆ ਕਰ, ਆਏ ਗਏ ਦੀ ਸੇਵਾ ਕਰਿਆ ਕਰ। ਹਾਂਜੀ, ਹੌਲੀ ਹੌਲੀ ਉਹਦੀ ਲਿਵ ਜੁੜੀ, ਸਿਮਰਨ ਵਿੱਚ ਉਹਦਾ ਧਿਆਨ ਜੁੜਨਾ ਸ਼ੁਰੂ ਹੋ ਗਿਆ ਤੇ ਸਾਧ ਸੰਗਤ ਜੀ ਉਹਦਾ ਭਲਾ ਹੋ ਗਿਆ। ਇਸ ਤਰੀਕੇ ਨਾਲ ਮਹਾਰਾਜ ਉਪਦੇਸ਼ ਦਿੰਦੇ, ਸੱਚੇ ਪਾਤਸ਼ਾਹ ਭਲਾ ਕਰਦੇ। ਸੋ ਆਪ ਜੀ ਕੋ ਵੀ ਜਦੋਂ ਸਮਾਂ ਹੋਵੇ ਕੋਸ਼ਿਸ਼ ਕਰਿਆ ਕਰੋ, ਜਦੋਂ ਵੇਲ ਮਿਲ ਜੇ, 5 ਮਿੰਟ ਵੀ ਮਿਲਦੀ ਕੋਈ ਨਹੀਂ, 5 ਮਿੰਟ ਹੀ ਜਪੋ। ਪਰ ਜਿੰਨਾ ਚਿਰ ਜਪਣਾ, ਜਪਣਾ ਇਮਾਨਦਾਰੀ ਨਾਲ। ਇਹ ਨਹੀਂ ਵੀ ਮੂੰਹ ਵਿੱਚ ਨਾਮ ਚੱਲਦਾ ਹੋਵੇ ਤੇ ਦਿਲ ਵਿੱਚ ਸੰਸਾਰ ਚੱਲਦਾ ਹੋਵੇ। ਮਨ ਵੀ ਫਿਰ ਉਹਦੀ ਯਾਦ ਵਿੱਚ ਜੁੜੇ। ਵੇਖਿਓ ਕਿਵੇਂ ਕਿਰਪਾ ਹੁੰਦੀ ਹੈ। 5-5 ਮਿੰਟ ਸਾਂਭਣ ਲੱਗ ਪਵੋ, ਫਿਰ 5-5 ਮਿੰਟ ਸਾਂਭਣ ਦੀ ਬੰਦੇ ਨੂੰ ਆਦਤ ਪੈਣ ਲੱਗ ਪੈਂਦੀ ਆ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਫਿਰ ਬੰਦਾ ਕਿਤੇ ਨਾ ਕਿਤੇ ਪਹਿਲਾਂ ਰਸਨਾ ਰਾਹੀਂ ਜਾਪ ਕਰਦਾ, ਫਿਰ ਆਤਮਿਕ ਅਵਸਥਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਚੀ ਹੋਣ ਲੱਗ ਪੈਂਦੀ ਹੈ, ਬੰਦਾ ਤੇ ਚੁੱਪ ਹੁੰਦਾ, ਅੰਦਰੇ ਅੰਦਰੇ ਕੰਮ ਹੋਈ ਜਾਂਦਾ ਹੈ, ਸਿਮਰਨ ਅੰਦਰੇ ਅੰਦਰੇ ਹੋਈ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਬੜੇ ਰਿਲੈਕਸ ਹੋ ਕੇ, ਬੜੀ ਸ਼ਾਂਤੀ ਦੇ ਨਾਲ, ਮਨ ਨੂੰ ਟਿਕਾ ਕੇ, ਪ੍ਰੇਮ ਦੇ ਨਾਲ ਸਾਰੇ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਜਦੋਂ ਸਮਾਂ ਮਿਲੇ, ਵੇਲ ਮਿਲੇ ਤਾਂ ਸਾਧ ਸੰਗਤ ਜੀ ਉਸ ਪਰਮੇਸ਼ਰ ਦੀ ਯਾਦ ਵਿੱਚ ਸਮਾਂ ਪਾਏ। ਉਂਝ ਤਾਂ ਅੰਮ੍ਰਿਤ ਵੇਲਾ ਬਹੁਤ ਜ਼ਰੂਰੀ ਹੈ, ਪਰ ਫਿਰ ਜਦੋਂ ਸਮਾਂ ਮਿਲ ਜਾਵੇ ਉਦੋਂ ਹੀ ਸ਼ੁਰੂ ਹੋਵੇ, ਗੁਰੂ ਸਾਹਿਬ ਕਿਰਪਾ ਕਰਦੇ ਆ। ਜ਼ਿੰਦਗੀ
1 ਮਹੀਨੇ ਵਿੱਚ ਹੀ ਬੰਦੇ ਦੀ ਬਦਲਣ ਲਈ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।